ਔਗਣਾਂ ਦੇ ਭਰਿਆਂ ਹੋਇਆਂ ਨੂੰ, 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 ਬਖਸ਼ ਲਈ ਗੁਰ ਮੇਰੇ ਔਗਣਾਂ ਦੇ ਭਰਿਆਂ, ਔਗਣਾਂ ਦੇ ਭਰਿਆਂ ਹੋਇਆਂ ਨੂੰ। ਹਾਂ ਬਖਸ਼ ਲਈ ਗੁਰ ਮੇਰੇ ਔਗਣਾਂ ਦੇ ਭਰਿਆਂ ਹੋਇਆਂ ਨੂੰ, ਔਗਣਾਂ ਦੇ ਭਰਿਆਂ ਹੋਇਆਂ ਨੂੰ। ਹਮ ਅਵਗੁਣ ਭਰੇ ਇਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪਹਿ ਭੂਲੇ, ਸੁਤ ਦਾ ਰਾਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਸੁਤ ਦਾ ਰਾਸਿਉ ਪ੍ਰੀਤ ਲਗਾਈ, ਕਰ ਕੀ ਨਾਰ ਬਹੁਤ ਹਿਤ ਜਾਸਿਉ। ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ। ਪ੍ਰੇਤ ਪ੍ਰੇਤ ਕਰ ਭਾਗੀ, ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਕਬੀਰ ਜਮ ਕਾ ਠੇਂਗਾ, ਬੁਰਾ ਹੈ ਉਹ ਨਹੀਂ ਸਹਿਆ ਜਾਏ। ਇਕ ਜੋ ਸਾਧੂ ਮੋਹਿ ਮਿਲਿਓ, ਤਿਹ ਮਿਲੰਤ, ਤਿਹ ਮਿਲੰਤ। ਏਕ ਜੋ ਸਾਧੂ ਮੋਹਿ ਮਿਲਿਓ, ਤਿਨ ਲੀਆ ਅੰਚਲ ਲਾਏ। ਤਿਹ ਮਿਲੰਤ ਜਮ ਤਰਾਸ ਮਿਟਾਈ। ਕਬੀਰ ਸੰਗਤ ਸਾਧਕੀ, ਦਿਨ ਦਿਨ ਦੂਨਾ ਹੇਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਸਾਖਤ ਕਾਰੀ ਕਾਂਬਰੀ, ਤੋਏ ਹੋਏ ਨਾ ਸੇਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਨਿੰਦਕ ਰਹਿ ਗਏ ਨਿੰਦਿਆ ਕਰਦੇ, ਭਗਤ ਪਿਆਰੇ ਬਣ ਗਏ ਨੇ। ਨਿੰਦਕ ਰਹਿ ਗਏ ਨਿੰਦਿਆ ਕਰਦੇ, ਭਗਤ ਪਿਆਰੇ ਬਣ ਗਏ ਨੇ। ਭਗਤ ਪਿਆਰੇ ਬਣ ਗਏ ਨੇ, ਭਗਤ ਪਿਆਰੇ ਬਣ ਗਏ। ਭਗਤ ਪਿਆਰੇ ਬਣ ਗਏ ਨੇ, ਭਗਤ ਪਿਆਰੇ ਬਣ ਗਏ ਨੇ। ਨਿੰਦਕ ਰਹਿ ਗਏ ਨਿੰਦਿਆ ਕਰਦੇ, ਨਿੰਦਕ ਰਹਿ ਗਏ ਨਿੰਦਿਆ। ਭਗਤ ਪਿਆਰੇ ਬਣ ਗਏ ਨੇ, ਨਿੰਦਕ ਰਹਿ ਗਏ ਨਿੰਦਿਆ ਕਰਦੇ। ਭਗਤ ਪਿਆਰੇ ਬਣ ਗਏ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਰਣਾਗਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਰਾਮ।
ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਰਾਮ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੈਫਾਬਾਦ ਥਿਰੇ ਜਬ ਆਏ। ਭਾਈ ਸਾਹਿਬ ਜੀ ਨੇ ਸਾਰੇ ਪਰ ਸੰਗ ਦੀ ਲੜੀ ਜੋੜਨ ਦੇ ਲਈ ਸੰਖੇਪ ਤੌਰ 'ਤੇ ਸਾਰਾ ਜੋ ਵੀ ਪਿਛਲਾ ਇਤਿਹਾਸ ਆਪਣੇ ਵੱਲੋਂ ਲਿਖਿਆ ਵੀ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਕਾਫੀ ਟਾਈਮ ਸੈਫਾਬਾਦ ਦੇ ਵਿੱਚ ਰਹਿ ਕਰਕੇ ਬਤੀਤ ਕੀਤਾ ਸੀ। ਖੋਜਨ ਹਿਤ ਗਨ ਫੌਜ ਪਠਾਏ। ਬਾਦਸ਼ਾਹ ਔਰੰਗਜ਼ੇਬ ਬੜਾ ਕਾਹਲਾ ਪਿਆ ਹੋਇਆ ਸੀ ਵੀ ਕਦੋਂ ਹਿੰਦੂਆਂ ਦੇ ਗੁਰੂ ਮੇਰੇ ਪਾਸ ਆਉਣ। ਮੈਂ ਤਾਂ ਹੁਣ ਚਾਰੇ ਪਾਸੇ ਇਸਲਾਮ ਦਾ ਜਿਹੜਾ ਝੰਡਾ ਝੁੱਲਦਾ ਹੋਇਆ ਆਪਣੀ ਅੱਖਾਂ ਦੇ ਨਾਲ ਸਾਹਮਣੇ ਦੇਖਣਾ ਚਾਹੁੰਦਾ ਹਾਂ। ਮਿਲਿਓ ਨਾ ਕੋਈ ਕਿਸ ਥਲ ਕਬੈ। ਬਾਦਸ਼ਾਹ ਨੇ ਬਹੁਤ ਸਾਰੇ ਜਿਹੜੇ ਅਹਿਦੀਏ ਵੀ ਸਤਿਗੁਰੂ ਜੀ ਨੂੰ ਖੋਜਣ ਦੇ ਲਈ ਭੇਜੇ, ਪਰ ਐਸੀ ਮਹਾਰਾਜ ਨੇ ਕਲਾ ਵਰਤਾਈ ਜਿਹੜੇ ਰਸਤਿਆਂ ਰਾਹੀਂ ਸ਼ਾਹੀ ਘੋੜ ਸਵਾਰ ਪਿੰਡਾਂ ਜਾਂ ਨਗਰਾਂ ਦੇ ਵਿੱਚ ਜਾਂਦੇ। ਸਤਿਗੁਰੂ ਜੀ ਦੇ ਕੋਈ ਵੀ ਨੇੜੇ ਨਹੀਂ ਸੀ ਆਉਂਦਾ। ਸਮਾਣੇ ਦੇ ਵਿੱਚ ਵੀ ਭਾਵੇਂ ਥੋੜ੍ਹਾ ਜਿਹਾ ਫਰਕ ਸੀ। ਜਦੋਂ ਮਹਾਰਾਜ ਨੇ ਆਪਣਾ ਡੇਰਾ ਅੰਦਰ ਪਠਾਨ ਦੀ ਹਵੇਲੀ ਦੇ ਵਿੱਚ ਜਾ ਕਰਕੇ ਲਗਾਇਆ, ਪਰ ਇਹਨਾਂ ਦੀ ਅਕਲ ਦੇ ਉੱਪਰ ਹੀ ਮਹਾਰਾਜ ਨੇ ਇਹੋ ਜਿਹਾ ਪਰਦਾ ਪਾ ਦਿੱਤਾ ਵੀ ਕੋਈ ਵੀ ਰਾਹ ਦੇ ਵਿੱਚ ਜਿਹੜਾ ਅਹਿਦੀਆ ਸਤਿਗੁਰੂ ਜੀ ਨੂੰ ਭਾਲਣ ਵਾਲਾ ਨਹੀਂ ਟੱਕਰਿਆ ਹੈ। ਹਵੈ ਕਰ ਤਿਆਗ ਆਪ ਗੇ ਤਬੈ। ਗੋਬਿੰਦ ਰਾਏ ਜੀ ਕਹਿਣ ਲੱਗੇ ਮਾਤਾ ਜੀ ਵੀ ਸਤਿਗੁਰੂ ਜੀ ਤਾਂ ਤਿਆਰ ਹੋ ਕੇ ਆਪ ਹੀ ਦੇਖੋ ਆਗਰੇ ਸ਼ਹਿਰ ਦੇ ਵਿੱਚ ਪਹੁੰਚੇ ਹਨ। ਜਾਏ ਆਗਰੇ ਸੂਚਨ ਹੇਤ। ਆਪਣੇ ਆਉਣ ਦੀ ਜਿਹੜੀ ਖਬਰ ਉਹ ਵੀ ਸਤਿਗੁਰੂ ਜੀ ਨੇ ਇੱਕ ਜਿਹੜਾ ਗਰੀਬ ਆ ਜਿਹੜੀ ਬੱਕਰੀਆਂ ਚਾਰਨ ਵਾਲਾ ਉਸ ਦੇ ਰਾਹੀਂ ਇੱਕ ਬਹਾਨਾ ਜਾਈ ਬਣਾਇਆ ਸੀ। ਪਠੀ ਮੁਦਰਕਾ ਹੀਰਾ ਸਵੇਤ। ਜਦੋਂ ਜਿਹੜਾ ਸੀ ਹਸਨ ਅਲੀ ਉਹਨੇ ਉਹਦੇ ਪੋਤਰੇ ਨੂੰ ਮਹਾਰਾਜ ਨੇ ਇੱਕ ਇਹੋ ਜਿਹੀ ਸੋਨੇ ਦੀ ਮੁੰਦਰੀ ਜਿਹਦੇ ਵਿੱਚ ਬੜਾ ਬੇਕੀਮਤੀ ਹੀਰਾ ਵੀ ਜੜਿਆ ਹੋਇਆ ਸੀ ਮਿਠਾਈ ਪਾਉਣ ਵਾਸਤੇ ਮਹਾਰਾਜ ਕਹਿਣ ਲੱਗੇ ਭਾਈ ਆ ਸਾਡਾ ਦੁਸਾਲਾ ਹੀ ਲੈ ਜਾ, ਪਰ ਜਲਦੀ ਤੋਂ ਜਲਦੀ ਤੇ ਸਾਡੇ ਲਈ ਬਾਜ਼ਾਰ ਦੇ ਵਿੱਚੋਂ ਮਠਿਆਈ ਖਰੀਦ ਕਰਕੇ ਲਿਆਉਣੀ ਹੈ। ਇਹ ਸਾਰੇ ਜਿਹੜੇ ਕਾਰਨ ਆਪ ਹੀ ਸਤਿਗੁਰੂ ਜੀ ਨੇ ਰਚਨੇ ਕੀਤੇ ਹਨ। ਗਇਓ ਇਆਲੀ ਦਇਓ ਦੁਸ਼ਾਲਾ। ਜਦੋਂ ਵਿਚਾਰਾ ਇੱਕ ਗਰੀਬ ਕੰਗਾਲ ਇਆਲੀ ਜਿਹਦੇ ਸਰੀਰ ਦੇ ਉੱਪਰ ਬਸਤਰ ਵੀ ਫਟੇ ਪੁਰਾਣੇ ਮਣ ਜਿਨ੍ਹਾਂ ਦੇ ਵਿੱਚ ਮੈਲ ਭਰੀ ਹੋਈ ਸੀ। ਸੋ ਗਹਿਲੀਨ ਦੇਖ ਕੁਤਵਾਲਾ। ਉਹ ਜਦੋਂ ਹਲਵਾਈ ਨੇ ਦੇਖਿਆ ਵੀ ਇਤਨੀ ਬੇਕੀਮਤੀ ਛਾਪ ਇਹੋ ਜਿਹੇ ਗਰੀਬ ਦੇ ਹੱਥ ਦੇ ਵਿੱਚ ਕਿਵੇਂ ਆ ਗਈ। ਫਿਰ ਦੁਸਾਲਾ ਦੇਖਣ ਦੇ ਨਾਲ ਤਾਂ ਉਹ ਬੜਾ ਹੈਰਾਨ ਹੀ ਹੋ ਗਿਆ ਸੀ। ਉਸੇ ਵਕਤ ਜਾ ਕਰ ਕੇ ਨੇ ਕੋਤਵਾਲ ਦੇ ਪਾਸ ਰਿਪੋਰਟ ਕਰ ਦਿੱਤੀ ਵੀ ਪੁੱਛੋ ਇਸ ਨੂੰ ਆ ਚੀਜ਼ਾਂ ਪਤਾ ਨਹੀਂ ਕਿਤਨੋਂ ਕਤਲ ਕਰਕੇ ਨੇ ਚੋਰੀ ਕੀਤੀਆਂ ਹਨ। ਸੰਗ ਸਿਪਾਹੀ ਲੈ ਕਰ ਗਇਓ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਹੀ ਇਹਨੂੰ ਸਮਝਾ ਕੇ ਤੋਰਿਆ ਵੀ ਜੇ ਤੈਨੂੰ ਤੋਂ ਕੋਈ ਪੁੱਛਣ ਵੀ ਲੱਗਿਆ ਵੀ ਆ ਵਸਤੂਆਂ ਤੈਂ ਕਿੱਥੋਂ ਲਿਆਂਦੀਆਂ ਹਨ, ਫਿਰ ਤੈਂ ਸਾਡਾ ਹੀ ਨਾਮ ਲੈ ਦੇਣਾ। ਉਸੇ ਵਕਤ
ਕੋਤਵਾਲ ਚਾਰ ਸਿਪਾਹੀ ਹੈ ਸਾਰੀ ਸੀਆਈਡੀ ਲੈਣ ਦੇ ਲਈ ਆਪਣੇ ਵੱਲੋਂ ਪੈਸੇ ਦਿੱਤੇ ਸਨ। ਉਪਬਨ ਆਏ ਬਤਾਵਤ ਭਇਓ। ਪਾਸ ਆਜੜੀ ਨੇ ਕਹਿ ਲੱਗਿਆ ਵੀ ਫਲਾਣੇ ਬਾਗ ਦੇ ਵਿੱਚੋਂ ਅਹਿਲਕਾਰ ਉਤਰੇ ਹੋਏ ਨੇ, ਤੁਸੀਂ ਜਾ ਕਰਕੇ ਆਪ ਸਾਰੀ ਖਬਰ ਸਾਰ ਦੇ ਬਾਰੇ ਪਤਾ ਕਰ ਸਕਦੇ ਹੋ। ਤੇਹ ਤੇ ਲੈ ਸੰਗ ਦੁਰਗ ਉਤਾਰੇ। ਉਥੋਂ ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ 400 ਸਿਪਾਹੀ ਦੇ ਘੇਰੇ ਦੇ ਵਿੱਚ ਉਹ ਲੈ ਕਰਕੇ ਜਿਹੜਾ ਆਗਰੇ ਦਾ ਕਿਲਾ ਉਹਦੇ ਵਿੱਚ ਇਹਨਾਂ ਨੇ ਸਤਿਗੁਰੂ ਜੀ ਦਾ ਡੇਰਾ ਕਰਵਾ ਦਿੱਤਾ ਸੀ। ਇਮ ਸਤਿਗੁਰ ਤੇ ਸਥਾਨ ਸਿਧਾਰੇ। ਇਹੋ ਜਿਹੇ ਜਿਹੜੇ ਪ੍ਰਵਚਨ ਗੋਬਿੰਦ ਰਾਏ ਜੀ ਨੇ ਆਪਣੇ ਵੱਲੋਂ ਦੋਵੇਂ ਮਾਤਾਵਾਂ ਨੂੰ ਦੱਸੇ ਸਨ। ਕਾਰਾਗ੍ਰਹਿ ਤੇ ਜੇ ਛੁੱਟ ਆਏ। ਜਿਹੜੇ ਗੌਰ ਸਿੱਖ ਪ੍ਰੇਮੀ ਖੁਦ ਮਹਾਰਾਜ ਦੇ ਪਾਸੋਂ ਚੱਲ ਜੇਲ੍ਹ ਚੋਂ ਚੱਲ ਕਰਕੇ ਆਏ ਸਨ। ਸਭ ਇਤਿਆਦ ਪ੍ਰਸੰਗ ਸੁਨਾਏ। ਸਾਰੀ ਜਿਹੜੀ ਵਾਰਤਾ ਗੋਬਿੰਦ ਰਾਏ ਜੀ ਮਾਤਾਵਾਂ ਨੂੰ ਸੁਣਾਉਂਦੇ ਨੇ ਵੀ ਜੇ ਹੁਣ ਸਤਿਗੁਰੂ ਜੀ ਛੁੱਟਣਾ ਚਾਹਣ ਤਾਂ ਇੱਕ ਛਿੰਦੇ ਵਿੱਚ ਹੀ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਦੇ ਵਿੱਚੋਂ ਬਾਹਰ ਆ ਸਕਦੇ ਹਨ। ਕਾਰਨ ਕਰਨ ਆਪ ਹੀ ਕੀਨਾ। ਇਹ ਤਾਂ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਦੇ ਵਿੱਚ ਸਾਰੇ ਜਿਹੜੇ ਕਾਰਨ ਆਪ ਹੀ ਮਹਾਰਾਜ ਨੇ ਰਚੇ ਹੋਏ ਹਨ। ਕੋ ਨਾ ਹਟਾਏ ਸਕੈ ਹੈ ਹਿਤ ਭੀਨਾ। ਹੁਣ ਸਤਿਗੁਰੂ ਜੀ ਦੇ ਕੌਤਕਾਂ ਨੂੰ ਕਿਹੜਾ ਕਲਯੁਗੀ ਜੀਵ ਸਮਝ ਸਕਦਾ ਹੈ। ਕਰੋ ਆਨੰਦਪੁਰ ਕੀ ਅਬ ਤਿਆਰੀ। ਗੋਬਿੰਦ ਰਾਏ ਜੀ ਕਹਿ ਲਗੇ ਮਾਤਾ ਜੀ ਹੁਣ ਆਪਾਂ ਨੇ ਆਨੰਦਪੁਰ ਦੇ ਵਿੱਚ ਜਾਣ ਦੇ ਲਈ ਆਪਣੀਆਂ ਤਿਆਰੀਆਂ ਕਰ ਦੇਣੀਆਂ ਹਨ। ਸੁਨ ਮਾਤਨ ਦ੍ਰਿਗ ਆਸਨ ਡਾਰੀ। ਸਾਰੀ ਵਾਰਤਾ ਸੁਣ ਕਰਕੇ ਦੋਵੇਂ ਮਾਤਾਵਾਂ ਦੇ ਨੇਤਰਾਂ ਦੇ ਵਿੱਚ ਬੜਾ ਜਿਹੜਾ ਬੈਰਾਗ ਦਾ ਜਲ ਭਰ ਗਿਆ। ਵੱਡੇ ਵੱਡੇ ਜਿਹੜੇ ਹੰਝੂ ਧਰਤੀ ਦੇ ਉੱਪਰ ਡਿੱਗਣ ਲੱਗ ਪਏ ਹਨ। ਦੀਰਘ ਸਵਾਸ ਲੇਤ ਬਹੁ ਬਾਰੀ। ਮਾਤਾ ਨਾਨਕੀ ਜੀ ਬਾਰ ਬਾਰ ਸਤਿਗੁਰੂ ਜੀ ਨੂੰ ਕਰਕੇ ਯਾਦ ਵੱਡੇ ਵੱਡੇ ਹੌਂਕੇ ਵੀ ਲੈਣ ਲੱਗ ਪਏ ਹਨ। ਕਰਤਾ ਪੁਰਖ ਕਹਾਂ ਕਰਕਾਰੀ। ਕਹਿੰਦੇ ਨੇ ਵੀ ਭਗਵਾਨ ਕੈਸੀ ਇੱਕ ਦੁਖਦਾਈ ਖੇਲ ਮੇਰੇ ਸਾਹਮਣੇ ਹੀ ਵਰਤਾ ਦਿੱਤੀ ਹੈ। ਬਿਨਾ ਮਿਲੇ ਬਿਨ ਭਨੇ ਪਿਆਨੇ। ਸਤਿਗੁਰੂ ਜੀ ਪਤਾ ਨਹੀਂ ਕਿਸ ਕਾਰਨ ਕਰਕੇ ਉਸ ਦੁੱਟ ਪਾਪੀ ਜ਼ਾਲਮ ਦੀ ਕੈਦ ਦੇ ਵਿੱਚ ਬੰਦ ਹੋ ਗਏ ਹਨ। ਸੰਕਟ ਮੈਂ ਹੈ ਕਰ ਸਭ ਗਲਤਾਨੇ। ਸਾਰੇ ਪਰਿਵਾਰ ਦੇ ਮਨ ਦੇ ਅੰਦਰ ਬੜੀ ਪੀੜਾ ਬੜਾ ਜਿਹੜਾ ਦੁਖਾਰਵਾਤੀ ਬਣਿਆ ਰਹਿੰਦਾ ਸੀ। ਹਮ ਤੇ ਅਬ ਕੁਛ ਕਰਿਓ ਨਾ ਜਾਏ। ਮਾਤਾ ਨਾਨਕੀ ਜੀ ਕਹਿੰਦੇ ਨੇ ਵੀ ਸਾਡਾ ਤਾਂ ਮਹਾਰਾਜ ਦੇ ਉੱਪਰ ਕਦੇ ਕੋਈ ਜ਼ੋਰ ਵੀ ਨਹੀਂ ਚੱਲ ਸਕਦਾ ਹੈ। ਸੋਚਤ ਚਿਤ ਨਿਸ ਦਿਓਸ ਬਿਤਾਏ। ਸਾਰਾ ਦਿਨ ਮਾਤਾ ਜੀ ਤਾਂ ਉਸੇ ਤਰ੍ਹਾਂ ਸੌਦਿਆਂ ਹੀ ਬਤੀਤ ਕਰ ਦਿੰਦੇ ਹਨ। ਥਿਰੇ ਗ੍ਰਾਮ ਇਸ ਲਖੈ ਨ ਕੋਈ। ਕਹਿ ਲਗੇ ਵੀ ਦੇਖੋ ਆ ਲਖਨੌਰ ਨਗਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣਾ ਕਿਸੇ ਨੂੰ ਵੀ ਆਲੇ ਦੁਆਲੇ ਵਿਸ਼ੇਸ਼ ਤੌਰ 'ਤੇ ਪਤਾ ਨਹੀਂ ਲੱਗਿਆ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਪਰਿਵਾਰ ਇਸ ਨਗਰ ਦੇ ਵਿੱਚ ਰਹਿ ਰਿਹਾ ਹੈ। ਕੇਤਕ ਸਮੈ ਬਤੀਤਨ ਹੋਈ। ਕਿਤਨਾ ਜਿਹੜਾ ਟਾਈਮ ਆਪਣਾ ਸਾਰਿਆਂ ਦਾ ਬੜਾ ਸੁੱਖਾਂ ਦੇ ਨਾਲ ਬਤੀਤ ਹੋ ਚੁੱਕਿਆ ਹੈ। ਅਬ ਲਾਓ ਤੁਮ ਕੁਛ ਭਏ ਨਾ ਸਿਆਨੇ। ਮਾਤਾ ਨਾਨਕੀ ਜੀ ਕਹਿ ਲਗੇ ਪੁੱਤਰ ਜੀ ਅਜੇ ਤੁਸੀਂ ਕੋਈ ਜ਼ਿਆਦਾ ਸਿਆਣੇ ਵੀ ਨਹੀਂ ਹੋਏ ਹੋ। ਹਮ ਕਿਆ ਕਹਿ ਕਰਹੁ ਜਿਮ ਜਾਣੇ। ਅਸੀਂ ਤਾਂ ਹੁਣ ਤੁਹਾਡੇ ਕੌਤਕਾਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਵੀ ਨਹੀਂ ਕਰ ਸਕਦੇ ਹਾਂ। ਕਿਸ ਵਿਦ ਹੋਤ ਨ ਮਨ ਉਤਸ਼ਾਹੂ। ਮੇਰੇ ਮਨ ਦੇ ਵਿੱਚ ਕਦੇ ਵੀ ਨਾ ਕੋਈ ਉਤਸ਼ਾਹ ਨਾ ਕੋਈ ਉਹ ਜਿਹਾ ਚਾਅ ਨਹੀਂ ਪੈਦਾ ਹੁੰਦਾ ਹੈ। ਚਿੰਤਾ ਗਨ ਜਾਰਤ ਉਰਮਾਹੂ। ਮੇਰੇ ਮਨ ਦੇ ਵਿੱਚ ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜਿਹੜੀ ਚਿੰਤਾ
ਜਿਹੜਾ ਫਿਕਰ ਹਰ ਵਕਤ ਹੀ ਬਣਿਆ ਰਹਿੰਦਾ ਹੈ। ਸੁਨ ਬੋਲੇ ਮਾਤਨ ਕੈ ਬੈਨ, ਸੋਹਣ ਕਰਕੇ ਗੋਬਿੰਦ ਰਾਏ ਜੀ ਬੈਨ ਆਪਣੇ ਵੱਲੋਂ ਦੋਵੇਂ ਮਾਤਾਵਾਂ ਨੂੰ ਬੜੇ ਪਿਆਰ ਦੇ ਨਾਲ ਸਮਝਾਉਣ ਲੱਗ ਪਏ ਹਨ। ਗੁਰ ਕਰੁਣਾ ਤੇ ਹਮਕੋ ਭੈਨਾ, ਕਹਿ ਲਗੇ ਮਾਤਾ ਜੀ ਇਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਕਿਰਪਾ। ਅਸੀਂ ਬਾਦਸ਼ਾਹ ਔਰੰਗਜ਼ੇਬ ਵਰਗਿਆਂ ਤੋਂ ਕਦੇ ਵੀ ਕੋਈ ਆਪਣੇ ਹਿਰਦੇ ਦੇ ਅੰਦਰ ਇਹੋ ਜਿਹਾ ਡਰ ਭੈ ਨਹੀਂ ਧਾਰਨ ਕੀਤਾ ਹੈ। ਮੋਹ ਤੇ ਛਪਿਓ ਜਾਏ ਕਿਤਨਾ ਹੀ, ਹੁਣ ਅਸੀਂ ਕਿਤਨਾ ਕੁ ਟਾਈਮ ਆ ਛੋਟੇ ਜੇ ਨਗਰ ਦੇ ਵਿੱਚ ਲੋਕ ਕਰਕੇ ਰਹਿ ਸਕਦੇ ਹਾਂ। ਕਬਲਾ ਬੈਠ ਰਹੋ ਘਰ ਮਾਹੀ, ਔਰ ਕਿਤਨਾ ਕੁ ਟਾਈਮ ਇਹੋ ਜਿਹੇ ਘਰ ਦੇ ਵਿੱਚ ਰਹਿ ਕਰਕੇ ਆਪਾਂ ਸਮਾਂ ਬਤੀਤ ਕਰ ਸਕਦੇ ਹਾਂ। ਕਬਲਾ ਤਜਹਿ ਆਨੰਦਪੁਰ ਥਾਨਾ, ਜਿਹੜਾ ਸਾਡਾ ਜੱਦੀ ਨਗਰ ਆਨੰਦਪੁਰ ਉਹਨੂੰ ਹੁਣ ਕਿਤਨਾ ਕੁ ਟਾਈਮ ਤਿਆਗਿਆ ਜਾ ਸਕਦਾ ਹੈ। ਇਹਾਂ ਬਸਨ ਮਹਿ ਕੋ ਗੁਣ ਜਾਨਾ, ਗੋਬਿੰਦ ਰਾਏ ਜੀ ਪੁੱਛਣ ਲੱਗੇ ਮਾਤਾ ਜੀ ਵੀ ਲਖਨੌਰ ਨਗਰ ਦੇ ਵਿੱਚ ਰਹਿਣ ਕਰਕੇ ਦੱਸੋ ਆਪਾਂ ਨੂੰ ਕੀ ਲਾਭ ਜਾਂ ਫਿਰ ਕਿਹੜਾ ਗੁਣ ਪ੍ਰਾਪਤ ਹੋਣਾ ਹੈ। ਅਬ ਮੇਰੋ ਚਿੱਤ ਪਰਚਿਤ ਨਾਹੀ, ਸਾਡਾ ਹੁਣ ਇਸ ਨਗਰ ਦੇ ਵਿੱਚ ਕੋਈ ਜ਼ਿਆਦਾ ਮਨ ਤਾਂ ਨਹੀਂ ਲੱਗਦਾ। ਹਰ ਵਾਰ ਹਿਰਦੇ ਦੇ ਅੰਦਰ ਬੜੀ ਉਦਾਸੀ ਬੜੀ ਜਿਹੜੀ ਉਪਰਾਮਤਾ ਬਣੀ ਰਹਿੰਦੀ ਹੈ। ਬਾਹਰ ਚੱਲਨ ਪਿਤਾ ਇਸ ਮਾਹੀ, ਗੋਬਿੰਦ ਰਾਏ ਜੀ ਕਹਿਣ ਲੱਗੇ ਵੀ ਗੁਰੂ ਪਿਤਾ ਨੇ ਤਾਂ ਪਹਿਲਾਂ ਹੀ ਦੇਖੋ ਆਪਾਂ ਨੂੰ ਆਨੰਦਪੁਰ ਜਾਣ ਦੇ ਲਈ ਆਪਣੇ ਵੱਲੋਂ ਇਹ ਆਗਿਆ ਵੀ ਭੇਜ ਦਿੱਤੀ ਹੈ। ਮਾਤੁਲ ਸਭ ਸਮਾਜ ਲੈ ਆਇਓ, ਉਸ ਸਮੇਂ ਗੋਬਿੰਦ ਰਾਏ ਜੀ ਕਹਿਣ ਲੱਗੇ ਵੀ ਅਸੀਂ ਤਾਂ ਤੁਹਾਡੇ ਤੋਂ ਪਹਿਲਾਂ ਹੀ ਇਸ ਨਗਰ ਦੇ ਵਿੱਚੋਂ ਰਵਾਨਾ ਹੋ ਜਾਣਾ। ਦੂਜੇ ਨੰਬਰ 'ਤੇ ਮਾਮਾ ਕਿਰਪਾਲ ਚੰਦ ਜੀ ਜਿਹੜਾ ਵੀ ਤੁਸੀਂ ਸਮਾਨ ਔਰ ਰਥ ਨੇ ਘੋੜੇ ਨੇ ਪਾਲਕੀਆਂ ਨੇ ਜੋ ਵੀ ਆਨੰਦਪੁਰ ਦੇ ਵਿੱਚੋਂ ਮੰਗਾਇਆ ਉਹ ਸਾਰਾ ਸਮਾਨ ਲੈ ਕਰਕੇ ਮਾਮਾ ਕਿਰਪਾਲ ਚੰਦ ਜੀ ਆਪਣੇ ਪਾਸ ਵੀ ਪਹੁੰਚ ਚੁੱਕੇ ਹਨ। ਬੈਠਨ ਇਹਾਂ ਨਹੀਂ ਮਨ ਪਾਇਓ, ਗੋਬਿੰਦ ਰਾਏ ਜੀ ਕਹਿ ਲਗੇ ਮਾਤਾ ਜੀ ਇਸ ਨਗਰ ਦੇ ਵਿੱਚ ਬੈਠਣਾ ਮੇਰੇ ਮਨ ਦੇ ਵਿੱਚ ਕਦੇ ਵੀ ਨਹੀਂ ਭਾਉਂਦਾ ਹੈ। ਇਮ ਕਰ ਮਸਲਤ ਹੁਕਮ ਬਖਾਨਾ, ਇਹ ਗੋਬਿੰਦ ਰਾਏ ਜੀ ਨੇ ਪਹਿਲਾਂ ਤਾਂ ਮਾਤਾਵਾਂ ਦੇ ਨਾਲ ਬੈਠ ਕੇ ਸਲਾਹ ਕੀਤੀ ਸੀ। ਤਿਆਰੀ ਕਰੋ ਪ੍ਰਾਤ ਪ੍ਰਸਥਾਨਾ, ਮਹਾਰਾਜ ਕਹਿਣ ਲੱਗੇ ਵੀ ਆਪਾਂ ਤਾਂ ਕੱਲ ਨੂੰ ਹੀ ਇਸ ਲਖਨੌਰ ਨਗਰ ਤੋਂ ਅੱਗੇ ਨੂੰ ਤੁਰ ਪੈਣਾ ਹੈ। ਦਾਸ ਬ੍ਰਿੰਦ ਕੋ ਕਹਿ ਇਮ ਦਇਓ, ਜਿਹੜੇ ਸੀ ਚਰਨਾਂ ਦੇ ਵਿੱਚ ਰਹਿਣ ਵਾਲੇ ਸਿਆਣੇ ਸਿਆਣੇ ਸੇਵਕ ਦਾਸ ਗੁਰ ਸਿੱਖ ਉਹਨਾਂ ਨੂੰ ਗੋਬਿੰਦ ਰਾਏ ਜੀ ਨੇ ਆਪਣੇ ਵੱਲੋਂ ਇਹ ਹੁਕਮ ਕਰ ਦਿੱਤਾ ਸੀ। ਸਭ ਮਹਿ ਬਿਦਤ ਗਮਨ ਤਬ ਭਇਓ, ਗੋਬਿੰਦ ਰਾਏ ਜੀ ਦੀ ਜਿਹੜੀ ਆਨੰਦਪੁਰ ਨੂੰ ਜਾਣ ਦੀ ਵਾਰਤਾ ਇਹ ਸਾਰੀਆਂ ਸੰਗਤਾਂ ਦੇ ਵਿੱਚ ਵੀ ਪ੍ਰਗਟ ਹੋ ਗਈ ਹੈ। ਜੋ ਜਿਸ ਚਾਹੀਤ ਸੋ ਤਿਸ ਲੀਨ, ਗੋਬਿੰਦ ਰਾਏ ਜੀ ਨੇ ਜੋ ਵੀ ਕਿਸੇ ਨੇ ਵਸਤੂ ਮੰਗੀ ਉਹੀ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੱਤੀ ਸੀ। ਤਿਆਰੀ ਕੀਨਸ ਕੀ ਨਿਜ ਆਇਸ ਦੀਨ, ਆਪਣੀ ਤਿਆਰੀ ਕਰਨ ਵਾਸਤੇ ਗੋਬਿੰਦ ਰਾਏ ਜੀ ਨੇ ਸਿਆਣੇ ਸਿਆਣੇ ਗੁਰਸਿੱਖਾਂ ਔਰ ਸੇਵਕਾਂ ਨੂੰ ਹੁਕਮ ਕਰ ਦਿੱਤਾ ਸੀ। ਸਭ ਵਾਹਨ ਦਾਨਾ ਤ੍ਰਿਨ ਚਾਰ, ਜਿਹੜੇ ਨੇ ਘੋੜੇ ਉਹਨਾਂ ਨੂੰ ਫਿਰ ਸੇਵਕਾਂ ਦਾਸਾਂ ਨੇ ਬੜਾ ਖੁੱਲਾ ਡੁੱਲਾ ਦਾਣਾ ਵੀ ਘਾਹ ਵੀ ਪਹਿਲਾਂ ਹੀ ਚੰਗੀ ਤਰ੍ਹਾਂ ਚਾਰ ਕਰਕੇ ਇਹਨਾਂ ਨੂੰ ਰਜ਼ਾ ਦਿੱਤਾ ਸੀ। ਮਰਦਤ ਅੰਗਨ ਸਰਬ ਸੁਧਾਰ, ਸੋਚਿਆ ਵੀ ਆਪਣਾ ਸਫ਼ਰ ਇੱਥੋਂ ਕਾਫੀ ਲੰਬਾ ਪੈਣਾ ਹੈ। ਸੇਵਕਾਂ ਦੇ ਪਾਸੋਂ ਘੋੜਿਆਂ ਦੀਆਂ ਜਿਹੜੀਆਂ ਮਾਲਸ਼ਾਂ ਉਹ ਵੀ ਗੋਬਿੰਦ ਰਾਏ ਜੀ ਨੇ ਪਹਿਲਾਂ ਹੀ ਕਰਵਾ ਦਿੱਤੀਆਂ ਸਨ। ਦੋਹਰਾ ਤਿਸ ਨਿਸ ਮੈਂ ਬਿਸਰਾਮ ਕਰ, ਦੁਖਤ ਮਾਤ ਲਖ ਦੋਏ, ਉਹ ਜਿਹੜੀ
ਰਾਤ ਮਾਤਾਵਾਂ ਨੇ ਤਾਂ ਬੜੀ ਚਿੰਤਾ ਦੇ ਸਮੇਤ ਹੀ ਬਤੀਤ ਕੀਤੀ ਹੈ। ਕਹਿ ਧੀਰਜ ਕੇ ਬਾਕ ਪੁੰਨ ਢਿਗ ਕਿਰਪਾਲ ਥਿਰ ਹੋਏ। ਪਰ ਫਿਰ ਵੀ ਗੋਬਿੰਦ ਰਾਏ ਜੀ ਦੋਵੇਂ ਮਾਤਾਵਾਂ ਦੀ ਇਹੋ ਜੀ ਹਾਲਤ ਨੂੰ ਦੇਖਦਿਆਂ ਹੋਇਆਂ ਹਰ ਵਕਤ ਦਿਲਾਸੇ ਦੇ ਜਿਹੜੇ ਧੀਰਜ ਦੇ ਬਚਨ ਆਪਣੇ ਵੱਲੋਂ ਸੁਣਾਉਂਦਾ ਹੀ ਰਹਿੰਦੇ ਹਨ। ਚੌਪਈ ਅਤ ਸਮਰੱਥ ਜੁਤ ਪਿਤਾ ਹਮਾਰੇ। ਇਸੇ ਤਰ੍ਹਾਂ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਵੀ ਸਾਡੇ ਗੁਰੂ ਪਿਤਾ ਬੜੇ ਸਮਰੱਥ ਨੇ, ਬੇਅੰਤ ਸ਼ਕਤੀਆਂ ਕਰਾਮਾਤਾਂ ਦੇ ਮਾਲਕ ਹਨ। ਕੋਈ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਦੇ ਵੀ ਜੇਲ੍ਹ ਦੇ ਅੰਦਰ ਦੱਸੋ ਕਿਵੇਂ ਬੰਦ ਕਰ ਸਕਦਾ ਹੈ। ਚਹਿ ਹੈ ਸੋ ਰਚਹਿ ਨ ਲੱਗਹਿ ਅਵਾਰੇ। ਜੈ ਸਤਿਗੁਰੂ ਜੀ ਚਾਹਣ ਇੱਕ ਛਿੰਦੇ ਵਿੱਚ ਹੀ ਇਹੋ ਜਿਹੀਆਂ ਜੇਲ੍ਹਾਂ ਦੇ ਵਿੱਚੋਂ ਨਾ ਬਾਹਰ ਵੀ ਆ ਸਕਦੇ ਹਨ। ਤੁਰਕੇਸ਼ਵਰ ਜੁਤ ਸਭ ਤੁਰਕਨ ਹੈ। ਜੈ ਕਿਤੇ ਮਨ ਦੇ ਅੰਦਰ ਕੋਈ ਇਹੋ ਜਿਹਾ ਸੰਕਲਪ ਫੁਰਨਾ ਪੈਦਾ ਹੋ ਗਿਆ, ਫਿਰ ਤਾਂ ਬਾਦਸ਼ਾਹ ਔਰੰਗਜ਼ੇਬ ਦੇ ਸਮੇਤ ਹੀ ਆ ਸਿਰ ਜਿਹੜਾ ਸਾਰਾ ਤੁਰਕਾਨਾ ਹੈ ਨਾ, ਇਹ ਨਾਸ ਵੀ ਮਹਾਰਾਜ ਕਰ ਸਕਦੇ ਹਨ। ਏਕ ਬਾਕ ਤੇ ਤਤ ਛਿਨ ਹਨ ਹੈ। ਇੱਕ ਬਾਗ ਤੇ ਇੱਕ ਬਚਨ ਕਰਨ ਦੀ ਦੇਰ ਹੈ। ਵੱਡੇ ਵੱਡੇ ਆ ਜਿਹੜੇ ਜ਼ਾਲਮ ਤੁਰਕ ਪਠਾਨ ਮੁਸਲਮਾਨ ਇੱਕ ਛਿੰਦੇ ਵਿੱਚ ਹੀ ਸਾਰੇ ਭਸਮ ਹੋ ਸਕਦੇ ਹਨ। ਗੁਰ ਕੀ ਬਾਤ ਕਹਾਂ ਸੋ ਕਹੈ। ਗੋਬਿੰਦ ਰਾਏ ਜੀ ਕਹਿ ਲੱਗੇ ਵੀ ਗੁਰੂ ਪਿਤਾ ਦੀ ਜਿਹੜੀ ਲੀਲਾ ਹੈ, ਜੋ ਸਤਿਗੁਰੂ ਜੀ ਦੀ ਖੇਲ ਹੈ, ਉਹਦੇ ਬਾਰੇ ਹੁਣ ਆਪਾਂ ਰਸਨਾ ਤੋਂ ਕੀ ਕਹਿ ਸਕਦੇ ਹਾਂ। ਤਿਨ ਕੇ ਦਾਸਨ ਦਾਸ ਜੋ ਹੈ। ਜਿਹੜੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਸੇਵਕ ਅੱਗੇ ਉਹਨਾਂ ਦੇ ਚਰਨਾਂ ਦੇ ਜਿਹੜੇ ਸੇਵਕ ਦਾਸ ਬਣੇ ਹੋਏ ਹਨ। ਸਭ ਸਲਤਨ ਕੋ ਕਰੇ ਹੈ ਵਿਨਾਸ਼। ਜਿਹੜੇ ਨੇ ਅੱਗੇ ਤੋਂ ਅੱਗੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਗੁਰਮੁਖਾਂ ਦੀ ਸੇਵਾ ਕਰਨ ਵਾਲੇ ਪ੍ਰੇਮੀ, ਉਹ ਵੀ ਆ ਜਿਹੜੀ ਹੈ ਨਾ ਬਾਦਸ਼ਾਹ ਔਰੰਗਜ਼ੇਬ ਦੀ ਬਹੁਤ ਸਾਰੀ ਚੱਕਰਵਰਤੀ ਬਾਦਸ਼ਾਹੀ ਇੱਕ ਵਚਨ ਦੇ ਨਾਲ ਉਹੀ ਇਹਨੂੰ ਸਾਰੀ ਨੂੰ ਨਾਸ ਕਰ ਸਕਦੇ ਹਨ। ਹੋਏ ਏਕ ਹੀ ਜਾਨ ਹੁਤਾਸ। ਇੱਕੋ ਹੀ ਸੇਵਕ ਦਾਸ ਅਗਨ ਬਣ ਕਰਕੇ ਨਾ ਸਾਰਿਆਂ ਨੂੰ ਹੀ ਸਾੜ ਸਕਦਾ ਹੈ। ਮਤੀ ਦਾਸ ਜਿਮ ਕਹਿਓ ਤਾਹਾਂ ਹੀ। ਗੋਬਿੰਦ ਰਾਏ ਜੀ ਕਹਿਣ ਲੱਗੇ ਵੀ ਤੁਹਾਨੂੰ ਭਾਈ ਮਤੀ ਦਾਸ ਜੀ ਦੇ ਕੀਤੇ ਹੋਏ ਬਚਨਾਂ ਬਾਰੇ ਵੀ ਪਹਿਲਾਂ ਪਤਾ ਲੱਗ ਚੁੱਕਿਆ ਹੈ। ਸੋ ਭੀ ਬਾਤ ਸੁਣੀ ਕਹਿ ਨਾਹੀ। ਦੋਵੇਂ ਮਾਤਾ ਨੂੰ ਸਮਝਾਉਂਦੇ ਹਨ ਵੀ ਤੁਸੀਂ ਭਾਈ ਮਤੀ ਦਾਸ ਜੀ ਦੇ ਕੀਤੇ ਹੋਏ ਬਚਨ ਇਹਨਾਂ ਗੁਰਸਿੱਖਾਂ ਦੇ ਪਾਸੋਂ ਪਹਿਲਾਂ ਹੀ ਕੰਨਾਂ ਦੇ ਨਾਲ ਸੁਣ ਲਏ ਹਨ। ਸਿੱਖ ਕਾਰਾ ਗ੍ਰਹਿ ਤੇ ਜੋ ਆਏ। ਆ ਜਿਹੜੇ ਗੁਰਮੁਖ ਜੇਲ੍ਹ ਦੇ ਵਿੱਚੋਂ ਚੱਲ ਕਰਕੇ ਤਾਂ ਆਪਣੇ ਪਾਸ ਪਹੁੰਚੇ ਹਨ। ਹੁਤੇ ਨਿਕਟ ਤਿਨ ਸਕਲ ਬਤਾਏ। ਇਹਨਾਂ ਨੇ ਕਾਫੀ ਟਾਈਮ ਸਤਿਗੁਰੂ ਜੀ ਦੇ ਪਾਸ ਰਹਿ ਕਰਕੇ ਬਤੀਤ ਵੀ ਕੀਤਾ ਹੈ ਵੀ ਜਿਵੇਂ ਜਿਵੇਂ ਭਾਈ ਮਤੀ ਦਾਸ ਜੀ ਨੇ ਆਪਣੇ ਵੱਲੋਂ ਮਹਾਰਾਜ ਦੇ ਅੱਗੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਗਰੀਬ ਨਵਾਜ, ਜੇ ਤੁਸੀਂ ਨਹੀਂ ਕਰਾਮਾਤ ਸ਼ਕਤੀ ਦਿਖਾਉਣੀ ਮੈਨੂੰ ਹੀ ਮਾੜਾ ਜਿਹਾ ਇਸ਼ਾਰਾ ਕਰ ਦਿਓ। ਮੈਂ ਤਾਂ ਲਾਹੌਰ ਔਰ ਦਿੱਲੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਸਾਰੇ ਜਿਹੜੇ ਮਲੇਸ਼ ਪਾਪੀ ਖਤਮ ਕਰ ਦੇਣੇ ਹਨ। ਵਰਜਿਓ ਗੁਰਨ ਸ਼ਕਤ ਸਭ ਲੀਨ। ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਭਾਈ ਮਤੀ ਦਾਸ ਜੀ ਦੀ ਸ਼ਕਤੀ ਕਰਾਮਾਤੀ ਉਸ ਸਮੇਂ ਖਿੱਚ ਲਈ ਸੀ। ਤਿਸ ਕੋ ਤੁਰਕਨ ਪੁਨ ਹਨ ਦੀਨ। ਉਹ ਭਾਈ ਮਤੀ ਦਾਸ ਜੀ ਨੂੰ ਵੀ ਬਾਦਸ਼ਾਹ ਔਰੰਗਜ਼ੇਬ ਨੇ ਸ਼ਰਅ ਬਾਜ਼ਾਰ ਸਾਰੇ ਲੋਕਾਂ ਦੇ ਸਾਹਮਣੇ ਦੇਖ ਲਓ ਕਿਵੇਂ ਦੋ ਫਟਿਆਂ ਦੇ ਵਿੱਚ
ਬਨ ਕਰਕੇ ਸ਼ਹੀਦ ਕਰਵਾ ਦਿੱਤਾ ਹੈ। ਤਨ ਕੋ ਅੰਤ ਆਪਨੋ ਜਾਨਾ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਆਪਣੇ ਸਰੀਰ ਤਿਆਗਣ ਦਾ ਜਿਹੜਾ ਸਮਾਂ ਨੇੜਾ ਆਇਆ ਜਾਣ ਕਰਕੇ ਦੋਸ਼ ਦੇਨ ਹਿਤ ਕੀਨ ਬਹਾਨਾ। ਇਹ ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਜਿਹੜਾ ਸਰੀਰ ਰੂਪੀ ਠੀਕਰਾ ਪੰਨਣ ਦੇ ਲਈ ਬਹਾਨਾ ਬਣਾਇਆ ਹੋਇਆ ਹੈ। ਮਹਿਮਾ ਤਿਨ ਕੀ ਤੁਮ ਸਭ ਜਾਣੋ। ਗੋਬਿੰਦ ਰਾਏ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਔਰ ਦੋਵੇਂ ਮਾਤਾਵਾਂ ਨੂੰ ਸਮਝਾਉਂਦੇ ਹਨ ਵੀ ਤੁਸੀਂ ਤਾਂ ਆਪ ਹੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮਹਿਮਾ ਵਡਿਆਈ ਨੂੰ ਪਹਿਲਾਂ ਹੀ ਜਾਣਨ ਵਾਲੇ ਹੋ। ਕਿਉ ਸੰਕਟ ਚਿੰਤਾ ਜੁਤ ਠਾਨੋ। ਸਤਿਗੁਰੂ ਜੀ ਦੇ ਵੱਲੋਂ ਇਤਨੀ ਚਿੰਤਾ ਇਤਨਾ ਦੁੱਖ ਕਿਉਂ ਮਨ ਦੇ ਅੰਦਰ ਤੁਸੀਂ ਧਾਰਨ ਕੀਤਾ ਹੋਇਆ ਹੈ। ਪ੍ਰਾਤ ਹੋਤ ਸਿੱਖ ਤਾਹਾਂ ਬਿਠਾਵੋ। ਮਹਾਰਾਜ ਕਹਿ ਲਗੇ ਵੀ ਆਪਾਂ ਕੱਲ ਨੂੰ ਕਿਸੇ ਪ੍ਰੇਮੀ ਕਿਸੇ ਸੇਵਾਦਾਰ ਨੂੰ ਮਹਾਰਾਜ ਦੇ ਪਾਸ ਖਬਰ ਲਿਆਉਣ ਵਾਸਤੇ ਭੇਜ ਦਿੰਦੇ ਹਾਂ। ਆਪ ਆਨੰਦਪੁਰ ਔਰ ਸਿਧਾਵੋ। ਪਰ ਆਪਾਂ ਸਾਰਿਆਂ ਨੇ ਕੱਲ ਨੂੰ ਹੀ ਆਨੰਦਪੁਰ ਦੇ ਵੱਲ ਆਪਣੇ ਜਿਹੜੇ ਡੇਰੇ ਕੂਚ ਕਰ ਦੇਣੇ ਹਨ। ਸੁਨ ਪਿਤ ਕੇ ਸਭ ਰੀਤ ਸੰਦੇਸੇ। ਜਿਹੜਾ ਗੁਰਮੁਖ ਭੇਜਿਆ ਜਾਊਗਾ ਉਹਨੇ ਸਾਰੇ ਜਿਹੜੇ ਸੰਦੇਸ਼ ਹੈ ਗੁਰੂ ਪਿਤਾ ਦੇ ਆਪਾਂ ਨੂੰ ਅਨੰਦਪੁਰ ਦੇ ਵਿੱਚ ਆ ਕਰਕੇ ਦੱਸ ਦੇਣੇ ਹਨ। ਆਨ ਸੁਨਾਵਹਿ ਭਕ ਹੈ ਜੈਸੇ। ਜਿਵੇਂ ਜਿਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮੌਜ ਹੈ, ਜਿਵੇਂ ਜਿਵੇਂ ਮਹਾਰਾਜ ਨੇ ਆਪਣੀ ਰਸਨਾ ਤੋਂ ਬਚਨ ਕਰਨੇ ਹਨ, ਉਹ ਸਾਰੀ ਜਿਹੜੀ ਵਾਰਤਾ ਆ ਕਰਕੇ ਆਪਣੇ ਪਾਸ ਦੱਸ ਦੇਵੇਗਾ। ਸਗਰੋ ਔਰ ਆਸ਼ੈ ਤਿਨ ਕਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਜਿਹੜਾ ਦਿੱਲੀ ਸ਼ਹਿਰ ਦੇ ਵਿੱਚ ਜਾਣ ਦਾ ਸਾਰਿਆਂ ਨਾਲੋਂ ਵੱਡਾ ਮਨੋਰਥ ਹੈ, ਉਹ ਵੀ ਐਸ ਗੁਰਸਿੱਖ ਦੇ ਪਾਸ ਦੱਸ ਦੇਣਾ ਹੈ। ਸਕਲ ਸ਼ਕਤ ਕੇ ਮਾਲਕ ਹੈ। ਗੋਬਿੰਦ ਰਾਏ ਜੀ ਕਹਿਣ ਲੱਗੇ ਮਾਤਾ ਜੀ ਸਤਿਗੁਰੂ ਜੀ ਤਾਂ ਬੇਅੰਤ ਕਰਾਮਾਤਾਂ ਸ਼ਕਤੀਆਂ ਦੇ ਮਾਲਕ ਹਨ। ਪਠੋ ਦਾਸ ਇਹ ਨੀਕੇ ਜਾਨੀ। ਸਾਰਿਆਂ ਨੇ ਬੈਠ ਕਰਕੇ ਇਸ ਸਲਾਹ ਨੂੰ ਮਨ ਦੇ ਵਿੱਚ ਚੰਗਾ ਜਾਣ ਲਿਆ ਸੀ। ਸੁਨਤ ਨਾਨਕੀ ਪੁਨਹ ਬਖਾਨੀ। ਸੋਹਣਾ ਕਰਕੇ ਮਾਤਾ ਨਾਨਕੀ ਜੀ ਫਿਰ ਆਪਣੇ ਵੱਲੋਂ ਕਹਿਣ ਲੱਗੇ ਸਨ। ਪਠੋ ਦਾਸ ਇਹ ਨੀਕੇ ਜਾਨੀ। ਕਹਿ ਲੱਗੀ ਲਾਲ ਜੀ ਉਹ ਤੁਹਾਡੀ ਜਿਹੜੀ ਸਲਾਹ ਇਹ ਮੈਨੂੰ ਮਨ ਦੇ ਵਿੱਚ ਬਹੁਤ ਚੰਗੀ ਲੱਗ ਗਈ ਹੈ। ਕੱਲ ਨੂੰ ਆਪਾਂ ਨੇ ਹੋਰ ਕੋਈ ਨਾ ਕੋਈ ਸੇਵਕ ਦਾਸ ਮਹਾਰਾਜ ਦੇ ਵੱਲ ਜ਼ਰੂਰ ਪੈ ਦੇਣਾ ਹੈ। ਸੁਧ ਲੈ ਕਰ ਤੂਰਨ ਚੱਲ ਆਵੈ। ਉਹ ਜਿਹੜਾ ਪ੍ਰੇਮੀ ਗੁਰਮੁਖ ਮਹਾਰਾਜ ਦੇ ਪਾਸੋਂ ਸਾਰੀ ਖਬਰ ਲੈ ਕੇ ਆਪਣੇ ਪਾਸ ਜਲਦੀ ਤੋਂ ਜਲਦੀ ਹੀ ਪਹੁੰਚ ਜਾਣਾ ਹੈ। ਕਾਹਾਂ ਕਰਨ ਤਿਨ ਕੈ ਮਨ ਭਾਵੈ। ਹੁਣ ਸਤਿਗੁਰੂ ਜੀ ਨੂੰ ਪਤਾ ਨਹੀਂ ਹੈ ਕੀ ਕੌਤਕ ਕਰਨੇ ਮਨ ਦੇ ਵਿੱਚ ਭਾਉਂਦੇ ਹਨ। ਆਸ ਮਸਲਤ ਕਰ ਨਿਸ ਬਿਸਰਾਮੇ। ਇਹ ਸਾਰੇ ਪਰਿਵਾਰ ਨੇ ਜਦੋਂ ਬੈਠ ਕੇ ਰੱਖੇ ਕਥਾ ਤੇ ਸਲਾਹ ਕਰ ਲਈ ਸੀ। ਉੱਠੇ ਬੋਹਰ ਜਬ ਹੀ ਰਹਿ ਜਾਮੇ। ਜਦੋਂ ਅੰਮ੍ਰਿਤ ਵੇਲਾ ਹੋਇਆ ਸਾਰੇ ਹੀ ਸਾਵਧਾਨ ਹੋ ਗਏ ਹਨ। ਸੋਚ ਇਸ਼ਨਾਨ ਠਾਨ ਤਤਕਾਲਾ। ਗੋਬਿੰਦ ਰਾਏ ਜੀ ਨੇ ਵੀ ਅੰਮ੍ਰਿਤ ਵੇਲੇ ਜਾ ਕਰਕੇ ਇਸ਼ਨਾਨ ਵਗੈਰਾ ਕਰ ਲਿਆ ਸੀ। ਕਰਵਾਏ ਸਤਿਆਰੀ ਸੋ ਕਿਰਪਾਲਾ। ਮਾਮਾ ਕਿਰਪਾਲ ਚੰਦ ਜੀ ਆਪੇ ਸਾਰੀ ਜਿਹੜੀ ਤਿਆਰੀ ਕਰਵਾਉਣ ਲੱਗ ਪਏ ਹਨ। ਏਕ ਸਿੱਖ ਪਠ ਦਿੱਲੀ ਔਰ। ਦੋਵੇਂ ਮਾਤਾਵਾਂ ਦੀ ਸਲਾਹ ਦੁਆਰਾ ਇੱਕ ਜਿਹੜਾ ਬਹੁਤ ਹੀ ਸਿਆਣਾ ਪ੍ਰੇਮੀ ਦਿੱਲੀ ਸ਼ਹਿਰ ਦੇ ਵੱਲ ਪੈ ਦਿੱਤਾ ਸੀ। ਹਮ ਦਿਸ਼ ਤੇ ਬੰਦੋ ਕਰ ਜੋਰ। ਮਾਤਾ ਗੁਜਰ ਕੌਰ ਜੀ ਨੇ ਵੀ ਸੁਨੇਹਾ ਭੇਜਿਆ ਵੀ ਮੇਰੇ ਵੱਲੋਂ ਜਾ ਕੇ ਤੈਂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਨੀ ਹੈ। ਕਹਿ ਕਰ ਪਾਤੀ ਕੋ ਲਿਖਵਾਏ। ਇੱਕ ਤਾਂ ਜਿਹੜੀ
ਚਿੱਠੀ ਪੱਤਰ ਕਾ ਮਹਾਰਾਜ ਦੇ ਪਾਸੋਂ ਵੀ ਲਖਵਾ ਕਰਕੇ ਲਿਆਉਣੀ ਹੈ। ਪਹੁੰਚੋ ਸ਼ੀਘਰ ਆਨੰਦਪੁਰ ਆਏ। ਮਾਤਾ ਜੀ ਕਹਿ ਲਗੇ ਭਾਈ ਗੁਰਸਿੱਖਾ, ਰਾਹ ਦੇ ਵਿੱਚ ਕੋਈ ਜ਼ਿਆਦਾ ਤਾਂ ਦੇਰੀ ਨਹੀਂ ਲਗਾਉਣੀ, ਜਲਦੀ ਤੋਂ ਜਲਦੀ ਆਨੰਦਪੁਰ ਦੇ ਵਿੱਚ ਪਹੁੰਚਣ ਦੇ ਲਈ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰਨੀ ਹੈ। ਮਾਤ ਕਸ਼ਟ ਪ੍ਰਾਪਤ ਸਭ ਕਹੀਐ ਹੈ। ਜਿਵੇਂ ਜਿਵੇਂ ਮਾਤਾ ਨਾਨਕੀ ਜੀ ਦੇ ਮਨ ਦੇ ਅੰਦਰ ਬੜੀ ਚਿੰਤਾ, ਬੜਾ ਫਿਕਰ ਹਰ ਵਕਤ ਆਪਣੇ ਪਿਆਰੇ ਲਾਲ ਦਾ ਬਣਿਆ ਹੀ ਰਹਿੰਦਾ ਹੈ। ਅਪਰ ਸੁਨਾਵੋ ਜਿਸ ਵਿਦ ਲਹੀਐ ਹੈ। ਔਰ ਸਾਰੀ ਖਬਰ ਤਾਂ ਆਪਣੇ ਆਪ ਹੀ ਮਹਾਰਾਜ ਦੇ ਪਾਸ ਪਰਿਵਾਰ ਦੀ ਦੱਸ ਦੇਣੀ ਹੈ। ਸੁਨ ਸੰਦੇਸ਼ ਕੋ ਸਿੱਖ ਪ੍ਰਸਥਾਨਾ। ਉਸ ਵਕਤ ਮਾਤਾ ਜੀ ਦੀ ਆਗਿਆ ਪਾ ਕਰਕੇ ਜਿਹੜਾ ਪ੍ਰੇਮੀ ਗੁਰ ਸਿੱਖ ਦਿੱਲੀ ਸ਼ਹਿਰ ਦੇ ਵੱਲ ਚੱਲ ਪਿਆ ਸੀ। ਮਾਰਗ ਦੂਰ ਕਰਤ ਨਿਤ ਪਿਆਨਾ। ਔਰ ਭਾਵੇਂ ਪੈਂਡਾ ਹੈ ਬਹੁਤ ਲੰਮਾ, ਪਰ ਫਿਰ ਵੀ ਇਹ ਰੋਜ਼ਾਨਾ ਹੀ ਵੱਡੀਆਂ ਵੱਡੀਆਂ ਆਪਣੀਆਂ ਮਜ਼ਲਾਂ ਤੈਅ ਕਰ ਲੈਂਦਾ ਹੈ। ਇਤ ਕਿਰਪਾਲ ਜੁਤ ਗੁਰੂ ਕਿਰਪਾਲ। ਇਧਰ ਗੋਬਿੰਦ ਰਾਏ ਜੀ ਮਾਮਾ ਕਿਰਪਾਲ ਚੰਦ ਜੀ ਦੇ ਸਮੇਤ ਆਪਣਾ ਜਿਹੜਾ ਸਾਰਾ ਸਮਾਨ ਬੰਨਣ ਲੱਗ ਪਏ ਹਨ। ਜਾਨ ਮਹੂਰਤ ਭਲੋ ਵਿਸਾਲ। ਜਦੋਂ ਗੋਬਿੰਦ ਰਾਏ ਜੀ ਨੇ ਬੜਾ ਸੋਹਣਾ ਟਾਈਮ ਮਨ ਦੇ ਅੰਦਰ ਅਨੁਭਵ ਕਰ ਲਿਆ ਸੀ। ਹੁਤੋ ਖੜਗ ਕਹ ਖਰ ਨਿਰਮਲ ਧਾਰਾ। ਉਸ ਵਕਤ ਗੋਬਿੰਦ ਰਾਏ ਜੀ ਨੇ ਫੌਲਾਦੀ ਲੋਹੇ ਦੀ ਚਮਕਦੀ ਹੋਈ ਜਿਹੜੀ ਛੋਟੀ ਜੀ ਤਲਵਾਰ ਕੱਦ ਦੇ ਮੁਤਾਬਕ ਆਪਣੇ ਸਰੀਰ ਦੇ ਉੱਪਰ ਧਾਰਨ ਕਰ ਲਈ ਹੈ। ਕੁਛ ਅਲਪ ਲੈ ਨਿਜ ਕਰ ਧਾਰਾ। ਜਿਤਨਾ ਕ ਸਤਿਗੁਰੂ ਜੀ ਦੇ ਸਰੀਰ ਦਾ ਕੱਦ ਸੀ, ਉਤਨੀ ਕ ਵੱਡੀ ਫੌਲਾਦੀ ਲੋਹੇ ਦੀ ਸ੍ਰੀ ਸਾਹਿਬ ਵੀ ਧਾਰਨ ਕਰ ਲਈ ਹੈ। ਨੌ ਸਤਿਗੁਰੂ ਕੋ ਸਿਮਰਨ ਕਰਕੇ। ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਆਪ ਗੋਬਿੰਦ ਰਾਏ ਜੀ ਨੇ ਅਰਦਾਸਾ ਸੋਧਿਆ ਸੀ। ਬਨੋ ਸਹਾਏ ਧਿਆਨ ਉਰ ਧਰ ਕੇ। ਨੌਵੇਂ ਪਾਤਸ਼ਾਹ ਤੱਕ ਸਤਿਗੁਰਾਂ ਦਾ ਜਿਹੜਾ ਧਿਆਨ ਉਹ ਵੀ ਗੋਬਿੰਦ ਰਾਏ ਜੀ ਨੇ ਆਪਣੇ ਮਨ ਦੇ ਅੰਦਰ ਧਾਰਨ ਕੀਤਾ ਹੈ। ਵਾਹਿਗੁਰੂ ਕਹਿ ਘਰ ਮੈਂ ਪਾਵਾ। ਆਪਣੀ ਰਸਨਾ ਤੋਂ ਵਾਹਿਗੁਰੂ ਦਾ ਕਰਕੇ ਜਾਪ, ਉਹ ਜਿਹੜੀ ਫੌਲਾਦੀ ਲੋਹੇ ਦੀ ਚਮਕਦੀ ਹੋਈ ਤਲਵਾਰ ਗਤਰੇ ਪਾ ਲਈ ਸੀ। ਪੱਟ ਲਪੇਟ ਕਟ ਕਸੀ ਸੁਹਾਵਾ। ਫਿਰ ਇੱਕ ਰੇਸ਼ਮ ਦਾ ਲੈ ਕਰਕੇ ਬਸਤਰ ਉਹਨੂੰ ਐਨ ਚੰਗੀ ਤਰ੍ਹਾਂ ਉਹ ਲੱਕ ਦੇ ਆਲੇ ਦੁਆਲੇ ਲਪੇਟ ਕੇ ਕਮਰ ਕਸਾ ਕਰ ਲਿਆ ਸੀ। ਹੁਕਮ ਬਖਾਨ ਤੁਰੰਗ ਮੰਗਾਵਾ। ਗੋਬਿੰਦ ਰਾਏ ਜੀ ਨੇ ਆਪਣੀ ਰਸਨਾ ਤੋਂ ਕਰਕੇ ਹੁਕਮ ਉਸੇ ਵਕਤ ਹੀ ਸੇਵਕ ਦਾ ਦੇ ਪਾਸੋਂ ਆਪਣਾ ਬਲਵਾਨ ਤੇਜ ਚੱਲਣ ਵਾਲਾ ਘੋੜਾ ਵੀ ਮੰਗਵਾ ਲਿਆ ਸੀ। ਜਿਸ ਪਰ ਜੀਨ ਮਹਾ ਛਬ ਛਾਵਾ। ਜਿਸ ਘੋੜੇ ਦੇ ਉੱਪਰ ਜਿਹੜੀ ਉਹ ਕਾਠੀ, ਉਹਦੇ ਆਲੇ ਦੁਆਲੇ ਬਹੁਤ ਸਾਰਾ ਸੋਨਾ ਵੀ ਜੜਿਆ ਹੋਇਆ ਸੀ। ਉੱਠ ਕਰ ਆਪ ਪ੍ਰਕਰਮਾ ਕਰਕੇ। ਪਹਿਲਾ ਗੋਬਿੰਦ ਰਾਏ ਜੀ ਨੇ ਸਤਿਗੁਰਾਂ ਦਾ ਧਿਆਨ ਧਰ ਕੇ ਘੋੜੇ ਦੇ ਆਲੇ ਦੁਆਲੇ ਪ੍ਰਕਰਮਾ ਵੀ ਕੀਤੀਆਂ ਹਨ। ਬੰਧਨ ਠਾਨ ਬਾਗ ਕਰ ਧਰ ਕੇ। ਪਹਿਲਾ ਸਤਿਗੁਰੂ ਜੀ ਦੇ ਅੱਗੇ ਕਰਕੇ ਨਮਸਕਾਰ, ਫਿਰ ਜਿਹੜੀਆਂ ਘੋੜੇ ਦੀਆਂ ਡੋਰਾਂ ਆਪਣੇ ਹੱਥਾਂ ਦੇ ਵਿੱਚ ਪਕੜ ਲਈਆਂ ਸਨ। ਭਏ ਅਰੂੜ ਸੋ ਚਲਬੇ ਕਾਰਨ। ਗੋਬਿੰਦ ਰਾਏ ਜੀ ਆਨੰਦਪੁਰ ਦੇ ਵੱਲ ਜਾਣ ਦੇ ਲਈ ਐਨ ਪੂਰੇ ਤਿਆਰ ਹੋ ਗਏ ਹਨ। ਕਰਿਓ ਸਮੀਪ ਕਿਰਪਾਲ ਹਕਾਰਨ। ਮਾਮਾ ਕਿਰਪਾਲ ਚੰਦ ਜੀ ਨੂੰ ਤਾਂ ਸਤਿਗੁਰੂ ਜੀ ਹਮੇਸ਼ਾ ਵਾਸਤੇ ਆਪਣੇ ਪਾਸ ਹੀ ਰੱਖਿਆ ਕਰਦੇ ਸੀ। ਅਪਰਦਾਸ ਲੈ ਸੰਗ ਸਮੁਦਾਏ। ਜਿਹੜੇ ਹੋਰ ਸਿਆਣੇ ਸੇਵਕ ਦਾਸ ਉਹ ਵੀ ਘੋੜਿਆਂ ਤੇ ਹੋ ਕਰਕੇ ਸਵਾਰ ਅੱਗੇ ਨੂੰ ਚੱਲ ਪਏ ਹਨ। ਮਾਰਗ ਗਮਨ ਕਰੈ ਤਜ ਥਾਏ। ਹੁਣ ਗੋਬਿੰਦ ਰਾਏ ਜੀ
ਪੌ ਫਟਾਲੇ ਨਾਲ ਹੀ ਇਸ ਨਗਰ ਦੇ ਵਿੱਚੋਂ ਆਪਣੇ ਜਿਹੜੇ ਡੇਰੇ ਅੱਗੇ ਨੂੰ ਕੂਚ ਕਰਨਾ ਚਾਹੁੰਦੇ ਸਨ। ਕਿਤਕ ਤਿਆਗ ਨਰ ਮਾਤਾ ਪਾਸ, ਕੁਝ ਕੁ ਜਿਹੜੇ ਪ੍ਰੇਮੀ ਗੁਰ ਸਿੱਖ ਸਿਆਣੇ ਸਿਆਣੇ ਮਾਤਾਵਾਂ ਦੇ ਪਾਸ ਛੱਡ ਦਿੱਤੇ ਸੀ। ਆਨ ਸੰਭਾਰੋ ਵਸਤੂ ਰਾਸ, ਗੋਬਿੰਦ ਰਾਏ ਜੀ ਨੇ ਹੁਕਮ ਕੀਤਾ, ਭਾਈ ਤੁਸੀਂ ਜਿਹੜੀਆਂ ਸਾਰੀਆਂ ਗੁਰੂ ਘਰ ਦੀਆਂ ਮਹਿੰਗੀਆਂ ਮਹਿੰਗੀਆਂ ਵਸਤੂਆਂ ਸੰਭਾਲ ਕੇ ਉਹ ਰਥਾਂ ਦੇ ਵਿੱਚ ਟਿਕਾ ਲੈਣੀਆਂ ਹਨ। ਸਯੰਦਨ ਸੰਗ ਚੱਲੇ ਸਭ ਆਵਹੋ, ਤੁਸੀਂ ਜਥਾ ਜੋਗ ਕਈ ਔਰ ਰਥਾਂ ਦੇ ਵਿੱਚ ਬਹੁਤ ਸਾਰੇ ਬੈਲ ਗੱਡੀਆਂ ਦੇ ਵਿੱਚ ਚੜ ਕਰਕੇ ਬੈਠ ਗਏ ਹਨ। ਤਿਆਰੀ ਠਾਨੋ ਨਹਿ ਬਿਲਮਾਵਹੋ, ਗੋਬਿੰਦ ਰਾਏ ਜੀ ਕਹਿਣ ਲੱਗੇ ਵੀ ਅਸੀਂ ਤਾਂ ਘੋੜੇ ਤੇ ਚੜ ਕੇ ਤੁਹਾਡੇ ਤੋਂ ਪਹਿਲਾਂ ਹੀ ਅੱਗੇ ਨੂੰ ਰਵਾਨਾ ਹੋ ਜਾਣਾ ਹੈ। ਜਦੋਂ ਸਾਰੇ ਸਮਾਨ ਦੀਆਂ ਆਪਣੀਆਂ ਇਹ ਪੋਟਲੀਆਂ ਬੰਨੀਆਂ ਗਈਆਂ ਔਰ ਰਥਾਂ ਦੇ ਵਿੱਚ ਚੜ ਕਰਕੇ ਤੁਸੀਂ ਵੀ ਥੋੜ੍ਹੇ ਟਾਈਮ ਤੋਂ ਬਾਅਦ ਸਾਡੇ ਪਿੱਛੇ ਹੀ ਆਨੰਦਪੁਰ ਨੂੰ ਆਪਣੇ ਚਾਲੇ ਪਾ ਦੇਣੇ ਨੇ। ਇਮ ਕਹਿ ਚੱਲੇ ਆਨੰਦਪੁਰ ਔਰ, ਗੋਬਿੰਦ ਰਾਏ ਜੀ ਸਿਆਣੇ ਸਿਆਣੇ ਗੁਰ ਸਿੱਖਾਂ ਨੂੰ ਇਹ ਸਾਰੀ ਵਾਰਤਾ ਸਮਝਾ ਕੇ ਆਪ ਪਹਿਲਾਂ ਹੀ ਘੋੜੇ ਤੇ ਚੜ ਕੇ ਅੱਗੇ ਨੂੰ ਚੱਲ ਪਏ ਸੀ। ਦੇਖਨ ਕੀ ਚਿਤ ਮੈਂ ਹੈ ਬਹੁ ਲੋਰ, ਉਸ ਆਨੰਦਪੁਰ ਦੇ ਦਰਸ਼ਨ ਕਰਨ ਦੇ ਲਈ ਗੋਬਿੰਦ ਰਾਏ ਜੀ ਦੇ ਮਨ ਦੇ ਵਿੱਚ ਤਾਂ ਕਾਫੀ ਟਾਈਮ ਪਹਿਲਾਂ ਬੜੀ ਲਾਲਸਾ, ਬੜੀ ਜਿਵੇਂ ਆਪਾਂ ਇੱਕ ਕਹਿ ਦਈਏ ਵੀ ਖਿੱਚ ਜੀ ਜਾਂ ਫਿਰ ਤਾਂ ਪੈਦਾ ਹੋ ਚੁੱਕੀ ਸੀ। ਅਨਕ ਬਿਲਾਸਨ ਕਰਤੇ ਜਾਤ, ਔਰ ਰਸਤੇ ਦੇ ਵਿੱਚ ਗੋਬਿੰਦ ਰਾਏ ਜੀ ਮਾਮਾ ਕਿਰਪਾਲ ਚੰਦ ਜੀ ਦੇ ਸਮੇਤ ਬੜੇ ਕੌਤਕ ਕਰਦੇ ਹੋਏ ਜਾ ਰਹੇ ਨੇ। ਕਹੂੰ ਅਖੇਰ ਖੇਲ ਬਹੁ ਭਾਂਤ, ਕਿਤੇ ਕਿਤੇ ਗੋਬਿੰਦ ਰਾਏ ਜੀ ਜਿੱਥੇ ਹੁਣ ਰੋਹੀਆਂ ਨੇ ਬੀਆਬਾਨ ਜੰਗਲ, ਉੱਥੇ ਫਿਰ ਜਾ ਕਰਕੇ ਸ਼ਿਕਾਰ ਵੀ ਖੇਡਣ ਲੱਗ ਜਾਂਦੇ ਸਨ। ਕਿਸ ਥਲ ਤਰਲ ਤੁਰੰਗ ਕੁਦਾਵੈ, ਜੇ ਕਿਤੇ ਪੱਧਰੀ ਜਗ੍ਹਾ ਆ ਗਈ ਉਸ ਥਾਂ ਤੇ ਆਪਣੇ ਘੋੜੇ ਨੂੰ ਬੜੀ ਤੇਜ਼ੀ ਦੇ ਨਾਲ ਦੌੜਾ ਲੈਂਦੇ ਹਨ। ਸਮ ਸਥਾਨ ਪਿਖ ਕਹੂੰ ਪੁਲਾਵੈ, ਜਿੱਥੇ ਗੋਬਿੰਦ ਰਾਏ ਜੀ ਨੇ ਦੇਖਿਆ ਵੀ ਇੱਥੇ ਕੋਈ ਉੱਚੀ ਨੀਵੀਂ ਜ਼ਾਵੇਰ ਰਸਤਿਆਂ ਦੇ ਵਿੱਚ ਵੱਡੇ ਵੱਡੇ ਟੋਏ ਵਗੈਰਾ ਵੀ ਹੋਇਆ ਕਰਦੇ ਸੀ, ਮੈਦਾਨੀ ਇਲਾਕੇ ਦੇ ਵਿੱਚ ਘੋੜੇ ਨੂੰ ਬੜਾ ਹੀ ਤੇਜ਼ ਭਜਾਉਣ ਲੱਗ ਜਾਂਦੇ ਹਨ। ਬੋਲੇ ਬਹੁ ਮਾਤੁਲ ਕੇ ਸਾਥ, ਔਰ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਹੀ ਜ਼ਿਆਦਾਤਰ ਬੜੇ ਬਚਨ ਬਿਲਾਸ ਕਰਿਆ ਕਰਦੇ ਸਨ। ਕਹੂੰ ਬਾਜ ਕੋ ਛੋਰ ਹੈ ਨਾਥ, ਕਈ ਦਫਾ ਦੀਨ ਦੁਨੀਆ ਦੇ ਮਾਲਕ ਆਪਣੇ ਬਾਜ ਨੂੰ ਪੰਛੀਆਂ ਦੇ ਪਿੱਛੇ ਵੀ ਛੱਡ ਦਿੰਦੇ ਸੀ। ਜੇਠਾ ਆਦ ਜੇ ਨਰ ਲਖਨੌਰ, ਜਿਹੜੇ ਭਾਈ ਜੇਠੇ ਮਸੰਦ ਦੇ ਸਮੇਤ ਬੜੀਆਂ ਸੰਗਤਾਂ ਗੋਬਿੰਦ ਰਾਏ ਜੀ ਨੂੰ ਹੁਣ ਕਾਫੀ ਦੂਰ ਤੱਕ ਵਿਦਾ ਕਰਨ ਦੇ ਲਈ ਉਹ ਵੀ ਨਾਲ ਹੀ ਆ ਰਹੀਆਂ ਹਨ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਬੜੇ ਹੀ ਪਿਆਰ ਦੇ ਨਾਲ ਇਹਨਾਂ ਸਾਰਿਆਂ ਨੂੰ ਵਾਪਸ ਮੋੜਨਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵੱਡ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਜੇਠਾ ਆਦ ਜੇ ਨਰ ਲਖਨੌਰ, ਕਰ ਬੰਧਨ ਹਟ ਗੇ ਨਿਜ ਠੌਰ। ਜੇਠਾ ਆਦ ਜੇ ਨਰ ਲਖਨੌਰ, ਕਰ ਬੰਧਨ ਹਟ ਗੇ ਨਿਜ ਠੌਰ। ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾ